ਪਾਠ ਬੇਬੇ ਜੀ ਬਾਰੇ ਪੜ੍ਹਾਂਗੇ। ਇਸ ਦੇ ਲੇਖਕ ਹਨ ਡਾਕਟਰ ਹਰਪਾਲ ਸਿੰਘ ਪੁੰਨੂ। ਬੱਚਿਓ, ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਹੁਣ ਅਸੀਂ ਇਸ ਪਾਠ ਨੂੰ ਵਿਸਥਾਰ ਦੇ ਨਾਲ ਪੜ੍ਹਾਂਗੇ, ਪਰ ਉਸ ਤੋਂ ਪਹਿਲਾਂ ਡਾਕਟਰ ਹਰਪਾਲ ਸਿੰਘ ਪੰਨੂ ਜੀ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਡਾਕਟਰ ਹਰਪਾਲ ਸਿੰਘ ਪੰਨੂ ਦਾ ਜਨਮ 20 ਜੂਨ 1953 ਨੂੰ ਪਿਤਾ ਰਣ ਸਿੰਘ ਤੇ ਮਾਇਆ ਰਾਏ ਕੌਰ ਦੇ ਘਰ ਪਿੰਡ ਘੱਗਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਆਪ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਮਤਲਬ ਡਿਪਾਰਟਮੈਂਟ ਵਿੱਚ ਹੈੱਡ ਅਤੇ ਬਤੌਰ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ। ਉਹ UGC ਦੇ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਧਰਮ ਅਧਿਐਨ ਯੂਨੀਵਰਸਿਟੀ ਕੁੰਭ, ਜਿਹੜੀ ਕਿ ਈਰਾਨ ਦੇ ਵਿੱਚ ਹੈ, ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਧਰਮ ਅਧਿਐਨ ਬਾਰੇ ਆਪ ਦੀਆਂ ਪ੍ਰਮੁੱਖ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਦੇ ਪੁਰਾਤਨ ਧਰਮ ਆਦਿ ਸਰਵੇਖਣ ਹਨ। ਗੌਤਮ ਤੇ ਤਰਾਸਕੀ ਤੱਕ, ਆਰਟ ਤੋਂ ਬੰਦਗੀ ਤੱਕ ਅਤੇ ਵਿਸ਼ਵ ਚਿੰਤਕ ਰਵਿੰਦਰਨਾਥ ਟੈਗੋਰ ਆਪ ਦੀਆਂ ਜਿਹੜੀਆਂ ਪੁਸਤਕਾਂ ਸਨ ਉਹ ਬਹੁਤ ਹੀ ਪ੍ਰਸਿੱਧ ਹਨ। ਹੁਣ ਅਸੀਂ ਬੇਬੇ ਜੀ ਵਾਰਤਕ ਨੂੰ ਵਿਸਥਾਰ ਦੇ ਵਿੱਚ ਪੜ੍ਹਾਂਗੇ। 4-5 ਸਾਲ ਦੀ ਉਮਰ ਤੱਕ ਦਾ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਸਿਰ ਉੱਪਰ ਘੜਾ ਚੁੱਕੀ ਖੂਹੀ ਉੱਪਰ ਪਾਣੀ ਭਰਨ ਜਾਂਦੀ ਤਾਂ ਉਹ ਗੇੜ ਮੈਂ ਉਸ ਦੇ ਕਮੀਜ਼ ਦੀ ਕੰਨੀ ਫੜੀ। ਹਰ ਗੇੜ ਦੇ ਵਿੱਚ ਯਾਨੀ ਹਰ ਚੱਕਰ ਦੇ ਵਿੱਚ ਮੈਂ ਉਸ ਦੇ ਕਮੀਜ਼ ਦੀ ਕੰਨੀ ਫੜੀ ਨਾਲ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਤੇ ਬੇਬੇ ਡਿੱਗਣੋਂ ਮਸਾਂ ਬਚਦੀ। ਜਦੋਂ ਬੇਬੇ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ 'ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ। ਸਾਰਾ ਦਿਨ ਇਹੋ ਕੰਮ ਅਸੀਂ ਕਰਦੇ ਰਹਿੰਦੇ। ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ। ਸੱਟ ਫੇਟ ਬਿਮਾਰੀ ਨੇੜੇ ਤੇੜੇ ਨਹੀਂ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਤੱਕ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮ-ਸੁੰਮ ਯਾਨੀ ਕਿ ਬਿਲਕੁਲ ਹੀ ਕੀ ਹੋ ਜਾਂਦੇ ਸਾਂ, ਚੁੱਪਚਾਪ ਰਹਿ ਜਾਂਦੇ ਸੀ। ਬਿਲਕੁਲ ਵੀ ਕਿਸੇ ਨਾਲ ਗੱਲਬਾਤ ਵੀ ਨਹੀਂ ਸੀ ਕਰਦੇ। ਜਿੱਥੇ ਇੰਝ ਲੱਗਦਾ ਸੀ ਘਰ ਕੀ ਹੈ, ਖਾਲੀ ਖਾਲੀ ਜਾਪਦਾ ਸੀ। ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਜਿਹੜਾ ਸੁਭਾਅ ਸੀ ਉਹ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੇ ਨਹੀਂ ਹਟਣਗੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਇਹੋ ਜਿਹੇ ਮੌਕਿਆਂ 'ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ ਅਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ। ਉੱਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹੱਟੀ ਮੱਝ ਜਾਂ ਗਾਂ ਲੈ ਜਾਂਦੇ ਅਤੇ ਤਾਜ਼ੀ ਸੂਈ ਛੱਡ ਜਾਂਦੇ। ਯਾਨੀ ਕਿ ਅਗਰ ਕੋਈ ਮੱਝ ਗਾਂ ਦੁੱਧ ਨਹੀਂ ਸੀ ਦਿੰਦੀ ਤਾਂ ਉਹ ਕੀ ਕਰਦੇ ਸੀ, ਉਹ ਮੱਝ ਨੂੰ ਲੈ ਜਾਂਦੇ ਅਤੇ ਦੂਜੀ ਮੱਝ ਦੇ ਦਿੰਦੇ। ਘਿਓ ਦਿੰਦੇ, ਖੋਇਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸੂਰਗ ਕਿਹੋ ਜਿਹਾ ਹੋਇਆ ਕਰਦਾ ਹੈ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆ ਕਿਹਾ, ਅਕਲ ਨਾਲ ਹਲੀਮੀ ਨਾਲ ਗੱਲ ਕਰੀ। ਹਲੀਮੀ ਨਾਲ ਮਤਲਬ ਪੂਰੇ ਸਤਿਕਾਰ ਨਾਲ ਗੱਲ ਕਰੀ। ਤੇਰੀ ਮਾਮੀ ਬਹੁਤ ਚੰਗੀ ਹੈ। ਉਹਦੇ ਨਾਲ ਅੱਡ ਗੱਲ ਕਰੀ ਅਤੇ ਮਾਮੇ ਨਾਲ ਅੱਡ, ਯਾਨੀ ਕਿ ਮਾਮੀ ਨਾਲ ਅਲੱਗ ਹੋ ਕੇ ਗੱਲ ਕਰੀ ਅਤੇ ਮਾਮੇ ਨਾਲ ਵੀ ਅਲੱਗ ਹੋ ਕੇ ਵੱਖਰੀ ਵੱਖਰੀ ਦੋਵਾਂ ਨਾਲ ਗੱਲ ਕਰੀ। ਜਾਂ ਗੁਰੂ ਰਾਖਾ। ਬੇਬੇ ਦੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ। ਮੈਂ ਖੂਬ ਹੱਸਦਾ ਅਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ ਹਾਂ ਜੋ ਰੋਣ ਧੋਣ ਸ਼ੁਰੂ ਹੋ ਗਿਆ। ਬੇਬੇ ਅੱਖਾਂ ਪੂੰਝ ਕੇ ਆਖਦੀ, ਕਟਰੂ ਵਛਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰੰਬਣ ਰਿੰਗਣ ਲੱਗਦੀਆਂ ਹਨ, ਰੱਸੇ ਤੜਾਉਂਦੀਆਂ ਹਨ। ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਅੱਖੋਂ ਪਰੋਖੇ ਯਾਨੀ ਕਿ ਅੱਖੋਂ ਦੂਰ ਜਿਹੜੇ ਹਨ ਦੁਸ਼ਮਣ ਹੀ ਸਰਹੱਦ ਹੁੰਦੀ ਹੈ। ਕੀ ਪਤਾ ਕਦ ਕੀ ਵਾਪਰ ਜਾਏ, ਯਾਨੀ ਕਿ ਵਾਪਰ ਜਾਏ ਮਤਲਬ ਕਿਹੜੀ ਘਟਨਾ ਘਟ ਜਾਵੇ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ, ਹੋ ਸਕਦਾ ਹੈ ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਫਿਰ ਉਹ ਅਸੀਸਾਂ ਦੇ ਕੇ ਤੋਰਦੀ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ। ਲਾਲੀਆਂ ਝੜਦੀਆਂ ਸਨ ਮੂੰਹ 'ਤੇ। ਹੀਰ
ਹੀਰ ਸੀ ਬਸ। ਮਿਹਨਤ ਨਾਲ ਘੜੀ ਰੱਬ ਨੇ ਕੰਧ ਤੋਂ ਉੱਪਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਹਨੂੰ? ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨਨਦ ਗਰੀਬਣੀ ਹੈ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਦਾਂ ਇਸ ਘਰ ਦੀ ਮਾਲਕਣ, ਮੈਂ ਤਾਂ ਬਾਂਦੀ ਹਾਂ, ਤੁਹਾਡੀ ਸਾਰਿਆਂ ਦੀ ਬਾਂਦੀ ਰਹੂੰਗੀ ਉਮਰ ਭਰ। ਇਹ ਜਿਹੜੇ ਸ਼ਬਦ ਸਨ ਉਸਦੀ ਬੇਬੇ ਨੂੰ ਉਸਦੀ ਮਾਮੀ ਨੇ ਆਖੇ ਸਨ। ਦੂਸਰੇ ਦੁਸ਼ਹਿਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜੀ ਕਈ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਪਰੇ ਕਰ ਰਿਹਾ ਹੁੰਦਾ ਅਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ, ਘਰ ਦੀਆਂ ਛੱਤਾਂ ਵੀ। ਪਸ਼ੂਆਂ ਤੇ ਸਿੰਘਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁਗੰਧੀਆਂ। ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲੈ ਆਉਂਦੇ। ਕਣਕਾਂ ਪੱਕਣ ਲੱਗਦੀਆਂ, ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਾਰਿਸ਼ਾਂ ਹੁੰਦੀਆਂ। ਅਸੀਂ ਆਖਦੇ, ਇਹ ਕਿਹੜੇ ਮੌਸਮ ਦਾ ਮੀਂਹ ਹੋਇਆ। ਬੇਬੇ ਆਖਦੀ, ਵਿਸਾਖ ਦਾ ਮਹੀਨਾ ਦੱਸਿਆ ਕਰਦਾ ਹੈ ਕਿ ਮੇਰੇ ਵਿੱਚ ਤੇ ਸਾਉਣ ਵਿੱਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਕਿ ਮੇਰੇ ਪਿੱਛੇ ਤੁਰੇ ਆਉਂਦੇ ਮੇਰੇ ਪਿਛਲਗ ਜੇਠ ਅਤੇ ਹਾੜ ਖੇੜ ਖੜਾਊ ਹਨ। ਸਾਉਣ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਸਦੇ ਦੋਸਤ ਭਾਦੋ ਤੇ ਅੱਸੂ ਵਸ ਵਰਗੇ ਹਨ। ਖੋਰੂ ਪਾਊ ਤਾਂ ਸਾਉਣ ਦੀ ਕਦਰ ਬਣੀ। ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕਾਰ ਬੇਬੇ ਦੇ ਮੂੰਹੋਂ ਸਹਿਜ ਸੁਭਾਅ ਉਤਰਦੇ। ਇੱਕ ਵਾਰ ਮੈਂ ਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ ਤਾਂ ਦੋਹਾਂ ਨੂੰ ਅੱਡ ਅੱਡ ਯਾਨੀ ਕਿ ਵੱਖਰੀ ਵੱਖਰੀ ਸੀਟ ਮਿਲੀ। ਉਹਨਾਂ ਦੋਵਾਂ ਨੂੰ ਇਕੱਠੇ ਬੈਠਣ ਦੀ ਸੀਟ ਨਾ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲੀ, ਉਹ ਸੀਟ 'ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ, ਤਾਕੀ ਵਾਲੇ ਪਾਸੇ ਉਸਦਾ ਮੂੰਹ ਦੇਖ। ਭੁਜੀਆ ਖਾਣ ਵੇਲੇ ਮੂੰਹ ਖੋਲ੍ਹਦਾ ਹੈ ਤਾਂ ਲੱਗਦਾ ਹੈ ਕਿ ਜੇ ਟੈਚੀ ਕੇਸ ਖੁੱਲ੍ਹ ਗਿਆ ਹੋਵੇ। ਟੈਚੀ ਕੇਸ ਮਤਲਬ ਅਟੈਚੀ ਜਿਸ ਨੂੰ ਤੁਸੀਂ ਬੋਲਦੇ ਹੋ। ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਸਦੇ ਮੂੰਹ ਵਿੱਚੋਂ ਇਉਂ ਕਿਰਦਾ ਮਤਲਬ ਡਿੱਗਦਾ ਹੈ ਜਿਵੇਂ ਚੌਲਾਂ ਦੇ ਸ਼ੈਲਰ ਦੀ ਪਾਈਪ ਵਿੱਚ ਫੱਕ ਬਾਹਰ ਡਿੱਗਦੀ ਹੈ। ਉੱਥੇ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਵੇਗਾ। ਸਾਬਤ ਗੁਠਲੀ ਸਣੇ ਯਾਨੀ ਕਿ ਉਹਦੀ ਜਿਹੜੀ ਗਿਟਕ ਹੈ, ਉਹਦੀ ਗਿਟਕ ਦੇ ਸਮੇਤ ਹੀ ਉਹ ਮੂੰਹ ਦੇ ਵਿੱਚ ਅੰਬ ਵੀ ਪਾ ਲੈਂਦਾ ਹੋਵੇਗਾ। ਮੈਥੋਂ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਕੋਈ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ। ਕਦੀ ਕਿਹਾ ਹੈ ਕਿ ਕਿਸੇ ਨੇ ਐਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ। ਖੇਤ ਇਸ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਈ ਬੜੀ ਹੈ। ਕਿੱਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ, ਯਾਨੀ ਕਿ ਬਹੁਤ ਮਿਹਨਤ ਕੀਤੀ ਹੈ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਜਵਾਨੀ ਦੇ ਦਿਨੇ ਇੰਨੀ ਤਾਕਤ ਹੋਇਆ ਕਰਦੀ ਸੀ ਕਿ ਇੰਨਾ ਹੌਸਲਾ ਹੁੰਦਾ ਕਿ ਪਿਆਸ ਲੱਗੀ ਹੈ, ਫੇਰ ਕੀ ਹੋਇਆ ਜੇ ਪਾਣੀ ਨਹੀਂ। ਖੂਹ ਪੁੱਟੋ ਅਤੇ ਪਾਣੀ ਪੀਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਤਾਂ ਉਲਾਂਭਾ ਦੇਣ ਉਸਦੇ ਘਰ ਜਾਂਦੀ। ਆਖਦੀ, ਵੇ ਧਰਤੀ ਨੂੰ ਕੁੱਟ ਲਿਆ, ਜਿਹਾ ਜਨਾਨੀ ਨੂੰ ਕੁੱਟ ਲਿਆ। ਇਸ ਵਿੱਚ ਕਾਹਦੀ ਸੂਰਮਗਤੀ ਯਾਨੀ ਕਿ ਸੂਰਮਗਤੀ ਹੁੰਦਾ ਹੈ ਬਹਾਦਰੀ। ਇਸ ਦੇ ਵਿੱਚ ਕਿਹੜੀ ਬਹਾਦਰੀ ਹੈ? ਕੋਈ ਹੈ ਸ਼ਰਮ ਹਿਆ ਤੈਨੂੰ? ਡੋਬ ਦੇਗਾ ਇਸ ਗਊ ਦਾ ਹੋਕਾ। ਰੋਟੀ ਪੱਕਦੀ ਬੁਰੀ ਲੱਗਣ ਲੱਗੀ ਤੈਨੂੰ ਬੇਸ਼ਰਮ। ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਇੱਕ ਵਾਰ ਪਿੰਡ ਕਿਸੇ ਦੇ ਘਰ ਗਈ। ਬੇਬੇ ਆ ਕੇ ਰਹਿਣ ਲੱਗੀ। ਬੜਾ ਵੱਡਾ ਟੱਬਰ ਹੈ ਉਹਨਾਂ ਦਾ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਨਾ ਸੀ, ਕਰਤਾਰਪੁਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਿਆਈ ਹੋਵੇ। ਮੈਨੂੰ ਖੂਬ ਹਾਸਾ ਆਇਆ। ਸੁਨੇਹਾ ਮਿਲਿਆ, ਬੇਬੇ ਜੀ ਨੇ ਦੱਸਿਆ ਹੈ ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ, ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮ ਕਾਜ ਬਹੁਤ ਹਨ ਅਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿੱਲੇ ਨੂੰ ਲੱਗਾ ਹੁੰਦਾ ਹੈ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਕੁੰਜੀਆਂ ਮਤਲਬ ਚਾਬੀਆਂ ਹਨ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਜਾਂ ਬਹੁਤ ਵੱਡਾ ਅਤੇ ਪੁਰਾਣਾ ਥੇ ਹਾਂ।
ਇਸ ਨੂੰ ਫਰੋਲਾਂਗੇ ਤਾਂ ਕਈ ਕੁਝ ਮਿਲੇਗਾ। ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਾ ਸਹੀ ਕੋਈ ਸਿੱਕਾ ਕੋਈ ਗਹਿਣਾ ਲੱਭ ਸਕਦਾ ਹੈ। ਆਖਰ ਇੱਥੇ ਇੱਕ ਦੇਸ਼ ਵਸਦਾ ਸੀ ਕਦੀ, ਜੋ ਹੁਣ ਥੇ ਹੋ ਗਿਆ ਹੈ। ਕਦੀ ਕਦਾਈ ਆ ਕੇ ਇਸ ਨੂੰ ਫਰੋਲ ਫਰਾਲ ਜਾਇਆ ਕਰ। ਯਾਨੀ ਕਿ ਆਪਣੇ ਉਹ ਬੇਬੇ ਆਪਣੇ ਬੱਚਿਆਂ ਨੂੰ ਆਖਦੀ ਹੈ। ਬੇਬੇ ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ, ਮੋਰਾਂ ਨੂੰ ਮਾਰ ਕੇ ਖਾ ਜਾਂਦੇ ਹਨ, ਮੁਰਗਾਬੀਆਂ ਤਾਂ ਕੀ ਕੁੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਂਕੇ ਕਹਿ ਦੇ ਤਾਂ ਦੜੇ ਗੋਲੀ ਮਾਰ ਦੇਣ। ਇਹ ਗਿਰਜਾ ਦਾ ਨਹੀਂ ਰਹੀਆਂ ਨਹੀਂ ਹੁਣ, ਯਾਨੀ ਕਿ ਜਿਹੜੇ ਪੰਛੀ ਹਨ, ਗਿਰਜਾ ਪੰਛੀ ਹਨ, ਉਹ ਰਹੇ ਹੀ ਨਹੀਂ, ਉਹਨਾਂ ਨੂੰ ਵੀ ਮਾਰ ਛੱਡਿਆ ਹੈ ਪਿੰਡ ਵਾਲਿਆਂ ਨੇ। ਇਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਨ। ਬੇਬੇ ਨੂੰ ਹੁਣ ਘੱਟ ਸੁਣਦਾ, ਘੱਟ ਦਿਸਦਾ। ਸਾਨੂੰ ਦੇਖ ਕੇ ਕਦੀ ਖੁਸ਼ੀ ਹੋ ਜਾਂਦੀ, ਕਦੀ ਉਦਾਸ। ਯਾਨੀ ਕਿ ਮੈਂ ਕਿਹਾ, ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ, ਕਿਤੇ ਮਤਲਬ ਬੇਬੇ ਨਿਰਾਸ਼ ਹੋ ਜਾਏ। ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੋਰ ਤੋਂ, ਗੱਲਾਂ ਕਰਦਿਆਂ ਦੇ ਤੁਹਾਡੇ ਚਿਹਰੇ ਦੇਖਦੀ ਹਾਂ। ਗੱਲ ਨਹੀਂ ਸੁਣਦੀ ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਕੇ ਸੁੱਖ ਦੇ ਵਿੱਚ। ਬੇਬੇ ਦੀ ਉਮਰ 90 ਸਾਲ ਤੋਂ ਉੱਤੇ ਹੋ ਗਈ ਹੈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸ ਦਾ ਪਿੰਡ ਨਹੀਂ ਬਣਿਆ। ਉਸ ਦਾ ਪਿੰਡ ਉਹੀ ਹੈ ਜਿੱਥੇ ਉਸ ਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹ ਆਖਦੀ ਹੈ, ਤੇਰੇ ਪਿੰਡ ਮੈਂ ਇਉਂ ਕੀਤਾ। ਇਸ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਹੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ ਇੱਕ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ, ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਖੁਸ਼ਹਾਲ ਹੋਵੋਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੌਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ, ਹੈਗੀ ਤਾਂ ਬੋਲੀ ਜੀ ਸੀ ਕਿ ਇੱਥੇ ਸਾਡੀ ਮਾਂ ਰਿਹਾ ਕਰਦੀ ਸੀ, ਹੈਗੀ ਤਾਂ ਭੋਲੀ ਜੀ ਸੀ ਪਰ ਸੀ ਚੰਗੀ। ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਹੀ ਨਹੀਂ ਕਰਿਆ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਯਾਨੀ ਕਿ ਬੁੱਢੇ ਮਾਪਿਆਂ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗਮੀ ਅਤੇ ਤਿਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ ਖੁਸ਼ੀਆਂ ਅਤੇ ਮਿਲਾਪਾਂ ਦਾ ਮੇਲਾ ਲੱਗ ਜਾਂਦਾ ਹੈ। ਇਸ ਮੇਲੇ ਵਿੱਚ ਜਦੋਂ ਅਸੀਂ ਵਿਦਾ ਹੋ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟਾ ਭਰਾ ਹੋਲੀ ਦੇ ਕੇ ਪੁੱਛਿਆ ਕਰਦਾ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ। ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਅਤੇ ਖੇਤ ਦੇ ਵਿੱਚ ਕਦੀ ਕਪਾਹ ਚੁਗਦੀ, ਕਿਤੇ ਵਛਰੂਆਂ ਦੀਆਂ ਬੂਬੀਆਂ ਪਲੋਸ ਰਹੀ ਹੁੰਦੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ। ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ-ਪੱਥ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਬੱਚਿਓ, ਇਹ ਵੀਡੀਓ ਜਿਹੜੀ ਹੈ ਉਹ ਇਸ ਦੇ ਵਿੱਚ ਆਪਾਂ ਇਸ ਨੂੰ ਵਿਸਥਾਰ ਦੇ ਵਿੱਚ ਪੜ੍ਹਿਆ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ ਇਸ ਵੀਡੀਓ ਦੇ ਵਿੱਚ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਬੱਚਿਓ ਸਤਿ ਸ਼੍ਰੀ ਅਕਾਲ। ਇਹ ਚੰਗੀ ਭੋਲੀ ਮਤਲਬ ਬਹੁਤ ਜ਼ਿਆਦਾ ਭੋਲੀ ਸੀਗੀ, ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਰੱਖਦੀ। ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ